गुरु की प्यारी साध संगत जी, सत है भगत जी ठीक आखदे हन। जो साधु आत्मा ਦੀ ਸ਼ਰਨ ਵਿੱਚ ਆਉਂਦਾ ਹੈ, ਉਹਨਾਂ ਦਾ ਆਸਰਾ ਲੈ ਕੇ ਨਾਮ ਜਪਦਾ ਹੈ, ਉਸ ਦੇ ਸਾਰੇ ਪਾਪ ਲੱਥ ਜਾਂਦੇ ਹਨ। ਜਿਹੜਾ ਨਾਮ ਜਪਦਾ ਹੈ ਉਸ ਦੇ ਤਾਂ ਜਨਮ ਮਰਨ ਦੇ ਦੁੱਖ ਵੀ ਕੱਟੇ ਜਾਂਦੇ ਹਨ, ਅਥਵਾ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਐਸਾ ਉਪਦੇਸ਼ ਭਗਤ ਰਵਿਦਾਸ ਜੀ ਕਰਦੇ ਰਹਿੰਦੇ ਸਨ। ਉਹਨਾਂ ਦੀ ਮਹਿਮਾ ਦਿਨੋਂ ਦਿਨ ਦੂਰ ਦੂਰ ਜਾਣ ਲੱਗੀ। ਸ਼ਰਧਾਲੂ ਲੋਕ ਦਰਸ਼ਨ ਕਰਨ ਲਈ ਆਉਂਦੇ, ਭਗਤ ਜੀ ਕੋਲ ਸਤਸੰਗ ਕਰਦੇ ਰਹਿੰਦੇ। ਕੁਝ ਸਤ ਸੰਗੀ ਰਾਜਸਥਾਨ ਦੇ ਕਿਲਾ ਚਤੌੜ ਤੋਂ ਆਏ। ਉਹ ਜਦ ਵਾਪਸ ਆਏ ਤਾਂ ਉੱਥੋਂ ਦੀ ਧਰਮ ਲਗਣ ਵਾਲੀ ਰਾਣੀ ਝਾਲੀ ਨੇ ਭਗਤ ਰਵਿਦਾਸ ਜੀ ਦੀ ਮਹਿਮਾ ਸੁਣੀ। ਉਹਨਾਂ ਨੇ ਦੱਸਿਆ ਭਗਤ ਜੀ ਨੂੰ ਪ੍ਰਤੱਖ ਦਰਸ਼ਨ ਹੋਏ ਹਨ, ਭਗਵਾਨ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ। ਗੱਲ ਕੀ ਭਗਤ ਜੀ ਦੇ ਪ੍ਰਤਾਪ ਸੰਬੰਧ ਵਿੱਚ ਜੋ ਵੀ ਕੁਝ ਉਹਨਾਂ ਨੇ ਸੁਣਿਆ ਸੀ ਸੋ ਸੁਣਾ ਦਿੱਤਾ। ਰਾਣੀ ਦੇ ਮਨ ਦੇ ਵਿੱਚ ਇੱਛਾ ਹੋਈ ਕਿ ਉਹ ਭਗਤ ਜੀ ਦੇ ਦਰਸ਼ਨ ਕਰਕੇ ਜਨਮ ਸਫਲਾ ਕਰੇ। ਉਹ ਤਾਂ ਸਤ ਸੰਗਣ ਸੀ। ਉਸ ਨੇ ਹੁਕਮ ਕੀਤਾ, ਰਾਣੇ ਨੂੰ ਮਨਾ ਲਿਆ ਕਿ ਉਹ ਰਾਣੀ ਨੂੰ ਯਾਤਰਾ ਕਰਨ ਦੀ ਆਗਿਆ ਬਖਸ਼ ਦੇਵੇ। ਰਾਣੀ ਝਾਲੀ ਹਾਥੀ ਤੇ ਸਵਾਰ ਹੋ ਕੇ ਜਦੋਂ ਕਾਸ਼ੀ ਦੇ ਕੋਲ ਪੁੱਜੀ ਤਾਂ ਉੱਥੇ ਅੱਗੋਂ ਰਾਜਗੁਰੂ ਰਾਜ ਪੁਰੋਹਿਤ ਮਿਲ ਪਏ। ਉਹਨਾਂ ਨੇ ਰਾਣੀ ਦੇ ਪਤੀ ਦੀ ਬੰਸ ਦਾ ਨਾਮ ਲਿਆ ਤੇ ਆਖਿਆ, ਚਲੋ ਧਰਮਸ਼ਾਲਾ ਵਿੱਚ ਵਿਸ਼ਰਾਮ ਕਰੋ। ਜਿਹੜੀ ਧਰਮਸ਼ਾਲਾ ਚਤੌੜ ਦੇ ਰਾਣਿਆਂ ਦੀ ਹੈ, ਜਦੋਂ ਆਉਂਦੇ ਹਨ ਉੱਥੇ ਠਹਿਰਦੇ ਹਨ। ਉਹਦੇ ਪਿੱਛੋਂ ਗੰਗਾ ਇਸ਼ਨਾਨ, ਪੂਜਾ, ਜਗ ਤੇ ਪੁੰਨ ਦਾਨ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ। ਹੇ ਪੰਡਤੋ, ਪਹਿਲਾਂ ਮੈਂ ਉਸ ਮੰਦਰ ਜਾਣਾ ਹੈ ਜਿੱਥੇ ਭਗਤ ਰਵਿਦਾਸ ਜੀ ਹੈ। ਰਾਣੀ ਝਾਲੀ ਨੇ ਪੁਰੋਹਿਤ ਨੂੰ ਉੱਤਰ ਦਿੱਤਾ ਹੈ, ਪਹਿਲਾਂ ਚਮਾਰ ਦੇ ਮੰਦਰ। ਹਰੇ ਰਾਮ ਆਪ ਕੀ ਆਖ ਰਹੇ ਹੋ? ਕੁੱਲ ਰੀਤੀ ਅਨੁਸਾਰ ਸਭ ਤੋਂ ਪਹਿਲਾਂ ਆਪਨੇ ਗੰਗਾ ਦੇ ਇਸ਼ਨਾਨ ਕਰਨੇ ਹਨ। ਤੀਰਥ ਯਾਤਰਾ ਤੇ ਆਏ ਹੋ, ਇਹ ਤੁਸਾਂ ਨੂੰ ਕਿਸੇ ਨੇ ਭੁਲੇਖਾ ਪਾ ਦਿੱਤਾ ਹੈ। ਇਹ ਆਖ ਕੇ ਪੁਰੋਹਿਤਾਂ ਨੇ ਬੜਾ ਢਿੱਲ ਲਾਇਆ ਕਿ ਉਹ ਰਾਣੀ ਨੂੰ ਭਗਤ ਰਵਿਦਾਸ ਜੀ ਦੇ ਡੇਰੇ ਵੱਲੋਂ ਮੋੜ ਲੈਣ, ਪਰ ਨਾ ਮੋੜ ਸਕੇ। ਰਾਣੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਕਿ ਭਗਤ ਰਵਿਦਾਸ ਜੀ ਦਾ ਦੇਹੁਰਾ ਪੁੱਛ ਕੇ ਉਧਰ ਚੱਲਣ। ਕਾਸ਼ੀ ਦਾ ਬੱਚਾ ਭਗਤ ਰਵਿਦਾਸ ਜੀ ਦੇ ਨਾਮ ਤੋਂ ਜਾਣੂ ਸੀ। ਜਦੋਂ ਉਹਨਾਂ ਨੇ ਪੁੱਛਿਆ ਤਾਂ ਰਵਿਦਾਸ ਜੀ ਦੇ ਸ਼ਰਧਾਲੂ ਉਹਨਾਂ ਨੂੰ ਲੈ ਤੁਰੇ। ਭਗਤ ਜੀ ਦੇ ਉੱਚ ਮੰਦਰਾਂ ਵੱਲ ਝਾਲੀ ਚਲੀ ਗਈ। ਜਦੋਂ ਉਹ ਉੱਥੇ ਪੁੱਜੀ ਤਾਂ ਅੱਗੇ ਹਰੀ ਨਾਮ ਦਾ ਕੀਰਤਨ ਹੋ ਰਿਹਾ ਸੀ। ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਆਸਣ ਲਾਈ ਰਵਿਦਾਸ ਜੀ ਪ੍ਰਭੂ ਦਾ ਗੁਣਗਾਨ ਕਰ ਰਹੇ ਸਨ। ਉਹਨਾਂ ਦੇ ਸ਼ਰਧਾਲੂ ਕੋਲ ਬੈਠੇ ਪੜਤਾਲਾਂ ਵਜਾ ਕੇ ਸ਼ਬਦ ਕੀਰਤਨ ਕਰ ਰਹੇ ਸਨ। ਭਗਤ ਜੀ ਦੱਸਦੇ ਨੇ, ਭਾਈ ਇਸ ਸਰੀਰ ਤੇ ਜੋ ਮਾਣ ਕਰਦੇ ਨੇ, ਇਹ ਪਾਣੀ ਦੀ ਕੰਧ ਹੈ, ਸਾਂਸ ਹਵਾ ਦਾ ਆਸਰਾ ਹੈ, ਮਾਸ ਮਾਂ ਦੀ ਰਕਤ ਤੇ ਬਾਪ ਦੇ ਵੀਰਜ ਦਾ ਇਸ ਨੂੰ ਗਾਰਾ ਲੱਗਿਆ ਹੋਇਆ ਹੈ। ਹੱਡੀਆਂ ਮਾਸ ਤੇ ਨਾੜੀਆਂ ਦਾ ਇਹ ਪਿੰਜਰਾ ਹੈ। ਇਸ ਦੇ ਪਿੰਜਰੇ ਵਿੱਚ ਪੰਛੀ ਜੀਵ ਆਤਮਾ ਵਸ ਰਿਹਾ ਹੈ। ਭਾਈ ਜਿਸ ਜਗਤ ਵਿੱਚ ਕੁਝ ਤੇਰਾ ਮੇਰਾ ਨਹੀਂ, ਜਿਵੇਂ ਪੰਛੀ ਸ਼ਾਮ ਨੂੰ ਆਉਂਦੇ ਤੇ ਰੁੱਖ ਉੱਤੇ ਬੈਠ ਜਾਂਦੇ ਨੇ, ਸਵੇਰ ਹੋਣ ਤੇ ਉੱਡ ਜਾਂਦੇ ਹਨ, ਅਗਲੇ ਦਿਨ ਸ਼ਾਇਦ ਕਿਸੇ ਹੋਰ ਦਰਖਤ ਉੱਤੇ ਜਾ ਬੈਠਣ, ਜਿਸ ਵਾਸਤੇ ਉਹ ਉਸ ਦਰਖਤ ਨੂੰ ਕਦੀ ਆਪਣਾ ਨਹੀਂ ਆਖਦੇ। ਇਸ ਤਰ੍ਹਾਂ ਜੀਵ ਇਸ ਸੰਸਾਰ ਤੇ ਆਉਂਦਾ ਤੇ ਚਲਿਆ ਜਾਂਦਾ ਹੈ, ਨਾ ਆਉਂਦਿਆਂ ਨਾਲ ਕੁਝ ਲਿਆਉਂਦਾ ਹੈ ਅਤੇ ਨਾ ਜਾਂਦਿਆਂ ਕੋਈ ਜਗਤ ਦੀ ਵਸਤੂ ਨਾ ਲੈ ਕੇ ਗਿਆ। ਸਗੋਂ ਮਿੱਟੀ ਦਾ ਸਰੀਰ ਵੀ ਇੱਥੇ ਹੀ ਛੱਡਣਾ ਪਿਆ। ਇਸ ਸਰੀਰ ਦੇ ਸੁੱਖਾਂ ਵਾਸਤੇ ਜੋ ਤੂੰ ਡੂੰਘੀਆਂ ਨੀਹਾਂ ਰੱਖ ਕੇ ਮੰਦਰ ਤੇ ਕਿਲੇ ਉਸਾਰ ਰਿਹਾ ਹੈ, ਇਸ ਦਾ ਕੀ ਲਾਭ? ਤੇਰੇ ਵਾਸਤੇ ਤਾਂ 3.5 ਹੱਥ ਥਾਂ ਹੀ ਕਾਫੀ ਹੈ। ਉਹ ਮੂਰਖ ਬੰਦੇ ਸੂਦਰ ਵਾਲ ਬਾਹ ਕੇ ਪੱਗ ਨੂੰ ਢੇਕੀ ਬੰਨ ਕੇ ਆਕੜ ਕੇ ਤੁਰਦਾ ਹੈ, ਪਰ ਇਹ ਕਦੀ ਸੋਚਿਆ ਹੀ ਕਿ ਇਸ ਤਨ ਨੇ ਇੱਕ ਦਿਨ ਮਿੱਟੀ ਦਾ ਢੇਰ ਹੋ ਜਾਣਾ ਹੈ। ਇਹ ਉੱਚੇ ਮੰਦਰਾਂ ਤੇ ਸੀਸ ਮਹਿਲਾਂ ਵਿੱਚ ਰਹਿਣ ਵਾਲਿਓ, ਸੁੰਦਰ ਤੇ ਜੋਬਨ ਮਤੀਓ,
ਮਟਿਆਰੋ ਰਾਮ ਨਾਮ ਤੋਂ ਬਿਨਾ ਜੀਵਨ ਬਾਜੀ ਹਾਰ ਜਾਵੋਗੇ। ਇਹ ਵੀ ਅਰਥ ਉੱਚੇ ਮੰਦਰ ਅਤੇ ਸੁੰਦਰ ਇਸਤਰੀਆਂ ਵਿੱਚ ਤੂੰ ਪ੍ਰਤੀ ਕੀਤਾ। ਹਾਰੇ ਅਫਸੋਸ, ਵਾਹਿਗੁਰੂ ਦੇ ਨਾਮ ਤੋਂ ਬਿਨਾ ਬਾਜੀ ਹਾਰ ਦਿੱਤੀ, ਭਾਵ ਮਨੁੱਖਾ ਜਨਮ ਗਵਾ ਲਿਆ। ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖੋਂ ਬਾਣੀ ਸੁਣਦੇ ਸਾਰ ਰਾਣੀ ਦੇ ਕਪਾਟ ਖੁੱਲ ਗਏ। ਉਸ ਦੀ ਆਤਮਾ ਸੁਰਜੀਤ ਹੋ ਗਈ। ਉਸ ਨੇ ਮਨ ਹੀ ਮਨ ਸੋਚਿਆ ਕਿ ਚੰਗਾ ਹੋ ਗਿਆ, ਛੋਟੀ ਉਮਰ ਵਿੱਚ ਹੀ ਭਗਤੀ ਮਾਰਗ ਤੁਰੀ ਹਾਂ। ਸਾਹੀ ਮੰਦਰਾਂ ਵਿੱਚ ਰਾਮ ਨਾਮ ਤੋਂ ਬਿਨਾ ਰਹਿਣਾ ਬੇਅਰਥ ਹੈ। ਰਾਮ ਸਿਮਰਨ ਵਾਸਤੇ ਉਹ ਤੜਪੀ। ਜਦੋਂ ਕੀਰਤਨ ਹੋ ਗਿਆ ਤਾਂ ਰਾਣੀ ਝਾਲੀ ਰਵਿਦਾਸ ਜੀ ਦੇ ਚਰਨੀ ਡਿੱਗ ਕੇ ਅਰਜ਼ੋਈ ਕਰਨ ਲੱਗੀ ਅਤੇ ਰਵਿਦਾਸ ਜੀ ਦੇ ਪਵਿੱਤਰ ਮੁਖੋਂ ਬਾਣੀ ਸੁਣਦੇ ਸਾਰ ਬਾਣੀ ਦੇ ਕਪਾਰ ਖੁੱਲ ਗਏ। हे ਪ੍ਰਭੂ, हे ਨਾਥ, ਮੇਰੇ ਤੇ ਕਿਰਪਾ ਕਰੋ। ਮੈਨੂੰ ਸ਼ਰਨ ਲਾ ਕੇ ਭਗਤੀ ਮਾਰਗ ਤੇ ਤੁਰਨ ਦਾ ਬਲ ਦੱਸੋ। ਮੈਂ ਪਾਪਣ ਨੇ ਮਨੁੱਖਾ ਜਨਮ ਦਾ ਮੁੱਲ ਨਹੀਂ ਜਾਣਿਆ। ਜੀਵਨ ਦੇ ਜਿੰਨੇ ਦਿਨ ਗਵਾਏ ਨੇ ਵੇ ਅਰਥ ਗਵਾਏ ਨੇ। ਰਾਣੀ ਝਾਲੀ ਦੀ ਅਰਜ਼ੋਈ ਪ੍ਰਵਾਨ ਹੋ ਗਈ। ਰਵਿਦਾਸ ਜੀ ਨੇ ਉਸ ਨੂੰ ਆਪਣੀ ਚੇਲੀ ਬਣਾ ਲਿਆ। ਰਾਣੀ ਤੀਰਥ ਯਾਤਰਾ ਵਾਸਤੇ ਜਿੰਨਾ ਧਨ ਤੇ ਕੱਪੜਾ ਲਿਆਈ ਸੀ, ਉਹ ਸਾਰਾ ਰਵਿਦਾਸ ਜੀ ਦੇ ਚਰਨਾਂ ਉੱਤੇ ਰੱਖ ਕੇ ਮੱਥਾ ਟੇਕ ਦਿੱਤਾ। ਰਾਣੀ ਝਾਲੀ ਦੀ ਅਰਜ਼ੋਈ ਪ੍ਰਵਾਨ ਹੋ ਗਈ। ਰਵਿਦਾਸ ਜੀ ਨੇ ਉਸ ਨੂੰ ਆਪਣੀ ਚੇਲੀ ਬਣਾ ਲਿਆ। ਰਾਣੀ ਤੀਰਥ ਯਾਤਰਾ ਵਾਸਤੇ ਜਿੰਨਾ ਧਨ ਤੇ ਕੱਪੜਾ ਲਿਆਈ, ਆਤਮਾ ਸ਼ਾਂਤ ਹੋ ਗਈ, ਸਾਰੀ ਭਟਕਣਾ ਮਿਟ ਗਈ। ਹਰੀ ਨਾਮ ਜਪਣ ਲੱਗੀ, ਨਿਰਾ ਜਪਣ ਹੀ ਨਾ ਲੱਗੀ, ਸਗੋਂ ਪੜਤਾਲਾ ਸ਼ੈਣੇ ਹੱਥ ਫੜ ਕੇ ਰਵਿਦਾਸ ਜੀ ਦੀ ਬਾਣੀ ਨੂੰ ਗਾਉਣ ਲੱਗੀ। ਇਸਤਰੀ ਸੀ, ਗਲਾ ਸੁਰੀਲਾ ਸੀ, ਆਤਮਾ ਵਿੱਚ ਭਗਤੀ ਦਾ ਜੋਸ਼ ਸੀ। ਉਹ ਜਦੋਂ ਬਾਣੀ ਗਾਉਂਦੀ ਤਾਂ ਪੰਛੀਆਂ ਨੂੰ ਕੀਲ ਕੇ ਅਸਮਾਨੋਂ ਸੁੱਟੀ ਜਾਂਦੀ। ਰਾਮ ਨਾਮ ਸਿਮਰਨ ਦੇ ਬਲ ਨੇ ਸੱਚਮੁੱਚ ਉਸ ਨੂੰ ਝੱਲੀ ਕਰ ਦਿੱਤਾ। ਸਾਰੇ ਕਾਸ਼ੀ ਵਿੱਚ ਚਰਚਾ ਛਿੜ ਪਈ ਕਿ ਚਿਤੌੜਗੜ੍ਹ ਨਰੇਸ਼ ਦੀ ਰਾਣੀ ਝਾਲੀ ਬਾਈ ਰਵਿਦਾਸ ਜੀ ਦੀ ਚੇਲੀ ਬਣ ਗਈ ਹੈ। ਹਰੀ ਕੀਰਤਨ ਕਰਨ ਵਿੱਚ ਰੁੜ ਗਈ। ਉਸ ਨੇ ਗਰੀਬੀ ਵੇਸ ਧਾਰਨ ਕਰ ਲਿਆ, ਪੜਤਾਲਾਂ ਹੱਥ ਵਿੱਚ ਲੈ ਲਈਆਂ। ਉਸ ਦੇ ਹਰੀ ਕੀਰਤਨ ਵਿੱਚ ਬੈਰਾਗ ਤੇ ਪ੍ਰੇਮਾ ਭਗਤੀ ਦਾ ਬੇਅੰਤ ਪ੍ਰਕਾਸ਼ ਹੁੰਦਾ ਹੈ। ਉਹ ਰਾਣੀ ਬਣ ਆਈ ਸੀ ਤੇ ਸੰਤਨੀ ਬਣ ਕੇ ਆਪਣੇ ਰਾਜ ਵੱਲ ਮੁੜ ਪਈ। ਉਸ ਦੇ ਚਿਹਰੇ ਉੱਤੇ ਰੱਬੀ ਪਖਾ ਆ ਗਿਆ। ਜਿਹੜਾ ਵੀ ਦਰਸ਼ਨ ਕਰਦਾ ਉਸੇ ਦਾ ਮਨ ਸ਼ਾਂਤ ਹੋ ਜਾਂਦਾ। ਰਾਹ ਵਿੱਚ ਹਰ ਪੜਾਅ ਉੱਤੇ ਹਰੀ ਕੀਰਤਨ ਦੀਆਂ ਮੰਡਲੀਆਂ ਕਰਦੀ ਹੋਈ ਚਿਤੌੜ ਪੁੱਜੀ। ਉਸ ਦੀਆਂ ਦਾਸੀਆਂ ਨੌਕਰ ਸਭ ਸ਼ਰਧਾਲੂ ਭਗਤ ਬਣ ਗਏ। ਉਹ ਰਾਣੀ ਬਣ ਆਈ ਸੀ ਤੇ ਸੰਤਨੀ ਬਣ ਕੇ ਆਪਣੇ ਰਾਜ ਵੱਲ ਮੁੜ ਪਈ। ਉਸ ਦੇ ਚਿਹਰੇ ਉੱਤੇ ਰੱਬੀ ਖਿਆਲ ਕੀਰਤਨ ਕਰਨ ਲੱਗੇ। ਪੜਤਾਲਾਂ ਤੇ ਹੋਰ ਸਾਜ਼ ਖਰੀਦੇ ਗਏ। ਰਾਣੀ ਚਿਤੌੜ ਦੇ ਇਤਿਹਾਸਕ ਕਿਲੇ ਵਿੱਚ ਚਲੀ ਗਈ। ਉਸ ਨੇ ਆਪਣੇ ਮਹਿਲ ਦਾ ਇੱਕ ਹਿੱਸਾ ਸੁੰਦਰ ਰੂਪ ਬਣਾ ਦਿੱਤਾ। ਹਰ ਰੋਜ਼ ਸਤਸੰਗਤ ਹੋਣ ਲੱਗਾ। ਹਰੀ ਕੀਰਤਨ ਨਾਲ ਮਹਿਲ ਗੂੰਜਣ ਲੱਗੇ। ਆਪੀ ਆਤਮਾ ਕਾਸ਼ੀ ਦੇ ਬ੍ਰਾਹਮਣਾਂ ਨੂੰ ਬਹੁਤ ਦੁੱਖ ਹੋਇਆ ਕਿ ਝਾਲੀ ਰਾਣੀ ਨੇ ਧਨ ਪਦਾਰਥ ਉਹਨਾਂ ਦੀ ਭੇਟ ਨਹੀਂ ਕੀਤੇ। ਇੱਕ ਚਮਿਆਰ ਦੀ ਚੇਲੀ ਬਣ ਕੇ ਉਸ ਨੂੰ ਸਭ ਕੁਝ ਸੌਂਪ ਗਈ। ਉਹ ਇਕੱਠੇ ਹੋ ਕੇ ਰਾਣਾ ਚਿਤੌੜਗੜ੍ਹ ਕੋਲ ਪੁੱਜੇ। ਰਾਣੇ ਨਾਲ ਮੁਲਾਕਾਤ ਹੋਈ ਤਾਂ ਭਗਤਾਂ ਨੇ ਨਿਉ ਕੇ ਰੋਣਾ ਸ਼ੁਰੂ ਕੀਤਾ। ਲੱਗੇ, हे ਮਹਾਰਾਜ, ਹਨੇਰ ਹੋ ਗਿਆ। ਰਾਜੇ ਧਰਮ ਤੇ ਪ੍ਰਜਾ ਦੇ ਰਾਖੇ ਹੁੰਦੇ ਨੇ। ਧਰਮ ਦੀ ਮਰਜ਼ਾਦਾ ਨੂੰ ਜੇ ਪ੍ਰਤਾਪੀ ਭਾਰਤ ਦੇ ਰਾਜੇ ਹੀ ਤੋੜਨ ਲੱਗ ਪਏ ਤਾਂ ਧਰਮ ਕਿਵੇਂ ਬਚੇਗਾ? ਹਿੰਦੂ ਸੰਸਕ੍ਰਿਤੀ ਦਾ ਬੇੜਾ ਗਰਕ ਹੀ ਹੋ ਜਾਏਗਾ। ਰਾਣਾ ਬੋਲਿਆ, ਮੈਂ ਆਪ ਦੇ ਲੋਕਾਂ ਦਾ ਭਾਵ ਨਹੀਂ ਸਮਝ ਸਕਿਆ। ਸਿੱਧੀ ਗੱਲ ਦੱਸੋ। ਗੁੰਝਲਾਂ ਨਾਲ ਸਮਝਾਉਣ ਦੀ ਲੋੜ ਨਹੀਂ। ਪੰਡਤ ਬੋਲੇ, ਮਹਾਰਾਜ, ਸਿੱਧੀ ਗੱਲ ਇਹ ਹੈ ਕਿ ਆਪ ਦੀ ਰਾਣੀ ਝਾਲੀ 22 ਤੀਰਥ ਯਾਤਰਾ ਨੂੰ ਗਈ ਸੀ। ਕਾਸ਼ੀ ਦੇ ਰਹਿਣ ਵਾਲੇ ਚਮਿਆਰ ਰਵਿਦਾਸ ਨੂੰ ਉਹ ਆਪਣਾ ਗੁਰੂ ਧਾਰਨ ਕਰ ਆਈ ਹੈ ਅਤੇ ਤੀਰਥਾਂ ਉੱਤੇ ਦਾਨ ਕਰਨ ਵਾਸਤੇ
ਜੋ ਪਦਾਰਥ ਨਾਲ ਖੜੇ ਸੀ ਉਹ ਇਕੱਲੇ ਚਿਮਿਆਰ ਦੀ ਹੀ ਭੇਟ ਕਰ ਆਈ ਹੈ। ਇਹ ਹਨੇਰ ਹੈ। ਰਾਣੀ ਨੇ ਇੱਕ ਪੁਰੰਤਨ ਬਜ਼ੁਰਗਾਂ ਦੀ ਚਲਾਈ ਮਰਜ਼ਾਦਾ ਨੂੰ ਭੰਗ ਕੀਤਾ ਹੈ। ਦੂਸਰਾ ਉੱਚੀ ਕੁੱਲ ਦੀ ਰਾਜਕੁਮਾਰੀ ਤੇ ਚਿਤੌੜ ਰਾਜ ਦੀ ਪਟਰਾਣੀ ਹੋ ਕੇ ਇੱਕ ਚਿਮਿਆਰ ਗੁਰੂ ਬਣਾਉਣਾ ਧਰਮ ਨਾਲ ਮਖੌਲ ਕਰਨਾ ਹੈ। ਐਸੀ ਗੱਲ ਕਦੀ ਨਹੀਂ ਹੋਈ। ਚਿਮਿਆਰ ਦੇ ਲੰਗਰ ਵਿੱਚੋਂ ਪ੍ਰਸ਼ਾਦ ਛਕ ਕੇ ਅਤੇ ਚਰਨਾਮ੍ਰਿਤ ਪੀ ਕੇ ਜਨਮ ਭ੍ਰਿਸ਼ਟ ਕਰ ਬੈਠੀ ਹੈ। ਇਸ ਬਦਲੇ ਰਾਣੀ ਨੂੰ ਪ੍ਰਸੰਚਿਤ ਕਰਨਾ ਚਾਹੀਦਾ ਹੈ, ਨਹੀਂ ਤੇ ਕੁੱਲ ਨਾਸ ਹੋਣ ਦਾ ਡਰ ਹੈ। ਸਾਰੇ ਦੇਵਤੇ ਕਰੋਪ ਹਨ। ਅਸੀਂ ਕਾਸ਼ੀ ਦੇ ਸਾਰੇ ਵਿਦਵਾਨਾਂ ਤੇ ਗੁਰੂਆਂ ਵੱਲੋਂ ਪ੍ਰਤੀਨਿਧ ਹੋ ਕੇ ਆਏ ਹਾਂ। ਸਭ ਬੁਰਾ ਮਨਾਉਂਦੇ ਹਨ। ਰਾਣੀ ਝਾਲੀ ਨੇ ਉਸ ਨੂੰ ਗੁਰੂ ਧਾਰਨ ਕਰਨ ਦੀ ਸਾਖੀ ਨਹੀਂ ਸੀ ਸੁਣਾਈ। ਪੰਡਤਾਂ ਕੋਲੋਂ ਇਹ ਗੱਲ ਸੁਣ ਕੇ ਉਹ ਤੜਪ ਉੱਠਿਆ। ਉਸੇ ਵੇਲੇ ਦੀਵਾਨ ਖਾਨੇ ਵਿੱਚੋਂ ਉੱਠ ਕੇ ਰਾਣੀ ਦੇ ਮਹਿਲ ਨੂੰ ਗਿਆ। ਅੱਗੇ ਰਾਣੀ ਹਰੀ ਕੀਰਤਨ ਵਿੱਚ ਮਗਨ ਸੀ। ਉਹ ਰਵਿਦਾਸ ਜੀ ਦਾ ਇਹ ਸ਼ਬਦ ਗਾਣ ਕਰ ਰਹੀ ਸੀ ਅਤੇ ਉਸ ਦੇ ਚਿਹਰੇ ਉੱਤੇ ਅਨੋਖਾ ਹੀ ਨੂਰ ਸੀ। ਉਹ ਰੱਬ ਦੇ ਨਾਲ ਸੂਰਤ ਜੋੜੀ ਬੈਠੀ ਸੀ। ਭਗਵਾਨ ਦੇ ਅਸਥਾਨ ਦਾ ਨਾਮ ਬੇਗਮਪੁਰਾ ਹੈ। ਭਾਗ ਕੇ ਉੱਥੇ ਨਾ ਕੋਈ ਫਿਕਰ ਹੈ, ਨਾ ਗਮ ਕਸ਼ਟ ਤੇ ਨਾ ਕਿਸੇ ਨੂੰ ਮਾਮਲਾ ਦੇਣਾ ਪੈਂਦਾ ਹੈ। ਕੋਈ ਉੱਥੇ ਡਰਦਾ ਨਹੀਂ ਤੇ ਨਾ ਕਿਸੇ ਨੂੰ ਕੋਈ ਭੀੜ ਹੁੰਦੀ। ਸੁੱਖ ਦੁੱਖ ਸ਼ਾਂਤੀ ਦਾ ਰਾਜ ਹੈ। ਮੈਨੂੰ ਚੰਗੇ ਦੇਸ਼ ਵਿੱਚ ਘਰ ਮਿਲਿਆ ਹੈ। ਉੱਥੇ ਸੱਤੇ ਖੈਰਾ ਹਨ। ਉੱਥੋਂ ਪਾਤਸ਼ਾਹੀ ਬਦਲਦੀ ਨਹੀਂ। ਉਹ ਅਮਰ ਪਾਤਸ਼ਾਹੀ ਹੈ। ਪਹਿਲਾ ਦੂਜਾ ਤੇ ਤੀਜਾ ਪਾਤਸ਼ਾਹ ਨਹੀਂ ਆਉਂਦਾ। ਪਰਮਾਤਮਾ ਦੀ ਭਗਤੀ ਵਾਲੇ ਪੂਜੀਪਤ ਉੱਥੇ ਬਹੁਤ ਰਹਿੰਦੇ ਨੇ। ਉਹ ਸ਼ਹਿਰ ਵਿੱਚ ਜਿਵੇਂ ਕਿਸੇ ਨੂੰ ਭਾਵੇ ਤਿਵੇਂ ਉਹ ਤੁਰੇ ਫਿਰੇ, ਰੋਕ ਕੋਈ ਨਹੀਂ। ਜੋ ਪਰਮਾਤਮਾ ਦੇ ਭੇਤੀ ਹਨ ਉਹਨਾਂ ਵਾਸਤੇ ਖੁੱਲ ਹੈ। ਰਵਿਦਾਸ ਜੀ ਨੇ ਤਾਂ ਸਾਰਿਆਂ ਤੋਂ ਮੁਕਤੀ ਦਾ ਰਸਤਾ ਲੱਭਿਆ ਹੈ। ਸਭ ਨੂੰ ਆਖਿਆ ਮੇਰੇ ਭਾਈ ਹੋ। ਰਾਣੀ ਨੇ ਸ਼ਬਦ ਪੜ੍ਹਨਾ ਬੰਦ ਕੀਤਾ, ਅਰਦਾਸ ਕੀਤੀ ਤੇ ਕੁਦਰਤੀ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਦੇ ਪਤੀ ਦੇਵ ਰਾਣਾ ਵੀ ਖਲੋਤੇ ਸਨ। ਉਹ ਉੱਠ ਬੈਠੀ, ਪਤੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਉਹਨਾਂ ਵੱਲ ਤੱਕਿਆ। ਪਤੀ ਦੇ ਚਿਹਰੇ ਤੇ ਬਦਲੇ ਰੰਗ ਤੋਂ ਸ਼ੱਕ ਪਿਆ। ਅਸੀਂ ਪਾਸੋਂ ਕੀ ਭੁੱਲ ਹੋਈ? ਸੁਣਿਆ ਹੈ ਤੁਸੀਂ ਜਦੋਂ ਕਾਸ਼ੀ ਗਏ ਸੀ ਤਦ ਰਵਿਦਾਸ ਚਿਮਿਆਰ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਕੀ ਇਹ ਗੱਲ ਠੀਕ ਹੈ? ਰਾਣੇ ਨੇ ਉਸ ਤੋਂ ਪੁੱਛਿਆ। ਸਵਾਮੀ ਜੀ, ਜੋ ਕੁਝ ਤੁਸੀਂ ਸੁਣਿਆ ਹੈ ਉਹ ਸਭ ਠੀਕ ਹੈ। ਭਗਤ ਰਵਿਦਾਸ ਜੀ ਇਸ ਵੇਲੇ ਵੱਡੇ ਭਗਤ ਹਨ। ਉਹਨਾਂ ਦਾ ਜਸ ਸਾਰੇ ਕਰ ਰਹੇ ਹਨ। ਉਹਨਾਂ ਦਾ ਆਖਾ ਪ੍ਰਮਾਤਮਾ ਮੰਨਦਾ ਹੈ। ਰਾਣੀ ਝਾਲੀ ਬਾਈ ਨੇ ਧੀਰਜ ਨਾਲ ਉੱਤਰ ਦਿੱਤਾ। ਉਹ ਨਿਰਭੈ ਸੀ। ਉਸ ਦੀਆਂ ਅੱਖਾਂ ਅੱਗੇ ਭਗਤ ਰਵਿਦਾਸ ਜੀ ਦੀ ਤਸਵੀਰ ਸੀ। ਰਾਣਾ ਬੋਲਿਆ, ਇਹ ਗੱਲ ਤਾਂ ਮਾੜੀ ਹੋਈ, ਐਸਾ ਨਹੀਂ ਹੋਣਾ ਚਾਹੀਦਾ ਸੀ। ਰਾਣੀ ਬੋਲੀ, ਸਵਾਮੀ ਜੀ ਕੀ ਮਾੜਾ ਹੋਇਆ ਹੈ? ਰਾਣਾ ਬੋਲਿਆ, ਭਾਵੇਂ ਭਗਤ ਹੈ ਪਰ ਹੈ ਤਾਂ ਸੂਦਰ। ਨੀਵੀਂ ਜਾਤ ਵਿੱਚ ਤੁਸੀਂ ਰਾਜਪੂਤ ਕੁੱਲ ਰੀਤ ਦਾ ਪੁਰੋਹਤ ਅਥਵਾ ਬ੍ਰਾਹਮਣ ਨੂੰ ਗੁਰੂ ਧਾਰਨ ਕਰਨ ਦੀ ਹੈ। ਤੁਸਾਂ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਰਾਣੀ ਬੋਲੀ, ਨਹੀਂ, ਮੈਂ ਪ੍ਰਸੰਚਿਤ ਨਹੀਂ ਕਰਾਂਗੀ। ਮੈਂ ਕੋਈ ਮਾੜਾ ਕਰਮ ਨਹੀਂ ਕੀਤਾ। ਸਭ ਮਨੁੱਖ ਹੀ ਭਗਵਾਨ ਹੰਸ ਹੈ। ਰਾਣਾ ਜੀ, ਇਹ ਪੰਡਤ ਝੂਠੇ ਤੇ ਲਾਲਚੀ ਹਨ। ਇਹਨਾਂ ਨੂੰ ਦਾਨ ਨਹੀਂ ਮਿਲਿਆ। ਰਵਿਦਾਸ ਜੀ ਵੱਡਾ ਹੈ, ਪ੍ਰੀਖਿਆ ਵਿੱਚ ਪਾਸ ਹੋਇਆ ਸੀ। ਗੰਗਾ ਪਾਰ ਤੋਂ ਪੱਥਰ ਦੀਆਂ ਮੂਰਤਾਂ ਉਸੇ ਦੀ ਗੋਦ ਵਿੱਚ ਆਈਆਂ ਸਨ। ਬ੍ਰਾਹਮਣਾਂ ਉੱਤੇ ਭਗਵਾਨ ਖੁਸ਼ ਨਹੀਂ ਸੀ। ਰਾਣੀ ਬੋਲੀ, ਨਹੀਂ, ਮੈਂ ਪ੍ਰਸੰਚਿਤ ਨਹੀਂ ਕਰਾਂਗੀ। ਮੈਂ ਕੋਈ ਮਾੜਾ ਕਰਮ ਨਹੀਂ ਕੀਤਾ। ਸਭ ਮਨੁੱਖ ਹੀ ਭਗਵਾਨ ਹੰਸ ਹੈ। ਰਾਣਾ ਜੀ, ਇਹ ਪੰਡਤ ਝੂਠੇ ਤੇ ਲਾਲਚੀ ਹਨ। ਇਹਨਾਂ ਨੂੰ ਦਾਨ ਨਹੀਂ ਮਿਲਿਆ। ਰਵਿਦਾਸ ਵੱਡਾ ਭਗਤ ਹੈ, ਪ੍ਰੀਖਿਆ ਵਿੱਚ ਪਾਸ ਹੋਇਆ ਸੀ। ਗੰਗਾ ਪਾਰ ਤੋਂ ਪੱਥਰ ਦੀਆਂ ਮੂਰਤਾਂ ਉੱਤੇ ਦੀ ਹੋ ਗਿਆ। ਰਵਿਦਾਸ ਦਾ ਜੀਵਨ ਨੀਚ ਜਾਤੀ ਦੇ ਘਰ ਵਿੱਚ ਹੋਇਆ ਹੈ, ਪਰ ਉਸ ਨੇ ਭਗਤੀ ਕਰਕੇ ਤਾਂ ਆਪਣੇ ਆਪ ਨੂੰ ਸਵਰਨ ਵਿੱਚ ਲਿਆ ਹੈ। ਸੋਹਣੇ ਨੂੰ ਮੈਲ ਨਹੀਂ ਲੱਗਦੀ। ਉਹ ਭਾਵੇਂ ਗੰਦੀਆਂ ਨਾਲੀਆਂ ਵਿੱਚ ਪਿਆ ਰਹੇ,
ਸੋਨੇ ਦੀ ਡਲੀ ਵੱਲ ਵੇਖਣਾ ਹੈ, ਗੰਧ ਵੱਲ ਨਹੀਂ ਤੱਕਣਾ। ਮੰਮੀ ਜੀ, ਪੰਡਤ ਤੁਸਾਂ ਨੂੰ ਭੁਲੇਖੇ ਨਾਲ ਠੱਗਣ ਆਏ ਨੇ, ਲਾਲਚੀ ਹਨ, ਉਹਨਾਂ ਨੂੰ ਰੁਪਈਏ ਦੇ ਦਿਓ, ਸੋਨਾ ਦਾਨ ਕਰੋ। ਕਾਸ਼ੀ ਵਿੱਚ ਭਗਵਾਨ ਪੰਡਤਾਂ ਕੋਲ ਨਹੀਂ, ਮੈਂ ਦੇਖ ਆਈ ਹਾਂ, ਉਹ ਤਾਂ ਰਵਿਦਾਸ ਗੁਰੂ ਕੋਲ ਹੈ। ਉਹਨਾਂ ਮੈਨੂੰ ਸੱਚੀ ਭਗਤੀ ਦਾ ਮਾਰਗ ਦੱਸਿਆ, ਭਗਵਾਨ ਦੇ ਬਹੁਤ ਨੇੜੇ ਕੀਤਾ। ਮੇਰਾ ਭਗਵਾਨ ਮੈਨੂੰ ਹਰ ਰੋਜ਼ ਦਰਸ਼ਨ ਦਿੰਦਾ ਹੈ। ਮੈਂ ਰਵਿਦਾਸ ਜੀ ਦੀ ਨਿੰਦਾ ਨਹੀਂ ਸੁਣ ਸਕਦੀ। ਜਾਓ, ਇਹਨਾਂ ਨੂੰ ਕਹਿ ਦਿਓ, ਲੋਕਾਂ ਨੂੰ ਆਖ ਦਿਓ, ਸ਼ਹਿਰ ਵਿੱਚ ਟੰਡੋਰਾ ਪਿਟਾ ਦਿਓ ਕਿ ਰਾਣੀ ਝਾਲੀ ਰਵਿਦਾਸ ਜੀ ਦੀ ਚੇਲੀ ਹੈ, ਉਸ ਆਸਰੇ ਭਗਵਾਨ ਦੇ ਦਰਸ਼ਨ ਕਰਦੀ ਹੈ। ਪਿਛਲੇ ਵਾਕ ਰਾਣੀ ਝਾਲੀ ਨੇ ਕ੍ਰੋਧ ਤੇ ਜੋਸ਼ ਨਾਲ ਆਖੇ। ਉਹਦਾ ਤਨ ਕੰਬਣ ਲੱਗ ਪਿਆ, ਅੱਖਾਂ ਵਿੱਚ ਚੰਡੀ ਵਰਗੀ ਜਵਾਲਾ ਚਮਕੀ, ਬਾਹਾਂ ਆਕੜ ਗਈਆਂ। ਰਾਣੀ ਦੀ ਸੱਚੀ ਭਗਤੀ ਅੱਗੇ ਰਾਣਾ ਬੋਲ ਨਾ ਸਕਿਆ। ਉਸਨੇ ਨੀਵੀਂ ਪਾ ਲਈ, ਉਸਦਾ ਗੁੱਸਾ ਠੰਡਾ ਹੋ ਗਿਆ। ਦੂਸਰਾ, ਉਹ ਰਾਣੀ ਨਾਲ ਬਹੁਤ ਪਿਆਰ ਕਰਦਾ ਸੀ। ਰਾਣੀ ਦੇ ਵਿਰੁੱਧ ਹੋਣਾ ਉਹਦੇ ਵਾਸਤੇ ਸੌਖਾ ਨਹੀਂ ਸੀ। ਉਹ ਬੜੀ ਸੁੰਦਰ ਜ਼ੁਬਾਨ ਮਿੱਠ ਬੋਲੀ ਸੀ। ਰਾਣਾ ਇਕੱਲਾ ਪਿੱਛੇ ਮੁੜਨ ਲੱਗਾ। ਰਾਣੀ ਨੇ ਆਖਿਆ, ਠਹਿਰੋ, ਮੈਂ ਨਾਲ ਚਲਦੀ ਹਾਂ। ਮੈਂ ਆਪ ਪੰਡਤਾਂ ਨੂੰ ਦੱਸਦੀ ਹਾਂ ਕਿ ਉਹ ਕਿਹੜਾ ਮੂੰਹ ਲੈ ਕੇ ਭਗਤ ਰਵਿਦਾਸ ਜੀ ਦੇ ਵਿਰੋਧਤਾ ਕਰਦੇ ਫਿਰਦੇ ਹਨ। ਉਸ ਵੇਲੇ ਰਾਣੀ ਨਾਲ ਤੁਰ ਪਈ। ਰਾਣੇ ਦੇ ਆਖਣ ਤੇ ਵੀ ਨਾ ਰੁਕੀ। ਦੋਵੇਂ ਉਸ ਸਥਾਨ ਉੱਤੇ ਆ ਗਏ ਜਿੱਥੇ ਪੰਡਤ ਬੈਠੇ ਸਨ। ਅੱਖੇ ਵਿੱਚ ਖਲੋ ਕੇ ਪੜਦੇ ਉੱਲੇ ਰਾਣੀ ਨੇ ਪੰਡਤਾਂ ਨੂੰ ਆਖਿਆ, ਪੰਡਤੋ, ਕੀ ਤੁਸਾਂ ਨੂੰ ਇਹੋ ਦੁੱਖ ਹੈ ਨਾ ਕਿ ਮੈਂ ਸਾਰਾ ਧਨ ਪਦਾਰਥ ਭਗਤ ਰਵਿਦਾਸ ਜੀ ਦੇ ਹਵਾਲੇ ਕਰ ਦਿੱਤਾ ਤੇ ਤੁਹਾਨੂੰ ਦਾਨ ਨਾ ਦਿੱਤਾ? ਤੁਸਾਂ ਨੂੰ ਦੱਖਣਾ ਦੀ ਮਾਇਆ ਚਾਹੀਏ, ਨਵੇਂ ਵਸਤਰ, ਹੋਰ ਕੁਝ ਦੱਸੋ। ਪੰਡਤ ਬੋਲੇ, ਹਾਂ ਠੀਕ ਹੈ, ਅਸਾਂ ਨੂੰ ਦਾਨ ਮਿਲਣਾ ਚਾਹੀਦਾ ਹੈ, ਉਹ ਮਿਲੇ। ਰਾਣੀ ਬੋਲੀ, ਹੋਰ ਤਾਂ ਗੁੱਸਾ ਨਹੀਂ, ਫਿਰ ਤੁਸੀਂ ਰਾਜੀ ਹੋ? ਪੰਡਤ ਬੋਲੇ, ਨਹੀਂ, ਹੋਰ ਸਾਨੂੰ ਕੀ ਗੁੱਸਾ ਹੋ ਸਕਦਾ ਹੈ? ਦਾਨ ਲੈਣ ਦਾ ਸਾਡਾ ਹੱਕ ਹੈ, ਸੋ ਸਾਨੂੰ ਮਿਲਣਾ ਚਾਹੀਦਾ ਹੈ। ਗੁਰੂ ਭਾਵੇਂ ਕਿਸੇ ਨੂੰ ਧਾਰ ਕਰੋ। ਰਾਣੀ ਬੋਲੀ, 200 ਸੋਨੇ ਦੀਆਂ ਮੋਹਰਾਂ ਇਕੱਲੇ ਇਕੱਲੇ ਨੂੰ ਮਿਲ ਜਾਣਗੀਆਂ, ਪਰ ਸੱਚੋ ਸੱਚ ਇਹ ਦੱਸੋ, ਰਵਿਦਾਸ ਦੀ ਗੋਦ ਵਿੱਚ ਦੇਵਤੇ ਆਏ ਸਨ? ਕੀ ਇਹ ਸੱਚ ਹੈ? ਜਦੋਂ ਨਵਾਬ ਨੇ ਪ੍ਰੀਖਿਆ ਕੀਤੀ ਸੀ ਤੇ ਤੁਸਾਂ ਨੇ ਵਿਰੋਧਤਾ? ਪੰਡਤ ਬੋਲੇ, ਠੀਕ ਹੈ ਰਾਣੀ ਜੀ, ਸਾਰੀਆਂ ਗੱਲਾਂ ਸੱਚੀਆਂ ਹਨ, ਆਏ ਸਨ ਦੇਵਤੇ। ਰਾਣੀ ਬੋਲੀ, ਫਿਰ ਉਹ ਵੱਡਾ ਭਗਤ ਹੈ, ਕਿਸੇ ਨਾਲ ਈਰਖਾ ਨਹੀਂ ਕਰਦਾ, ਜਾਓ, ਦਾਨ ਮਿਲ ਜਾਂਦਾ ਹੈ। ਮੇਰਾ ਰਾਣਾ ਜਿੰਨੀ ਮੇਰੀ ਗੱਲ ਸੁਣ ਸਕਦਾ ਹੈ, ਉਨੀ ਤੁਸਾਂ ਦੀ ਨਹੀਂ ਸੁਣਦਾ। ਮੇਰਾ ਪਤੀ ਹੈ, ਸੁਭਾਮੀ ਹੈ, ਹੰਕਾਰ ਨਹੀਂ ਕਰਦੀ, ਗੱਲ ਸੱਚੀ ਹੈ। ਰਾਣੀ ਨੇ ਸਾਰਿਆਂ ਨੂੰ ਸੋਨਾ, ਨਗਦ ਰੁਪਏ ਤੇ ਲੀੜਿਆਂ ਦੇ ਦਾਨ ਕੀਤੇ। ਉਹਨਾਂ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ ਤੇ ਰਾਣੀ ਝਾਲੀ ਬਾਈ ਕੋਲੋਂ ਭਗਤ ਰਵਿਦਾਸ ਜੀ ਦਾ ਜਸ ਸੁਣਿਆ। ਉਹਨਾਂ ਦੇ ਜੀਵਨ ਦੀਆਂ ਉਹ ਸਾਖੀਆਂ ਸੁਣਾਈਆਂ ਜੋ ਉਹ ਕਾਸ਼ੀ ਵਿੱਚ ਸੁਣ ਆਈ ਸੀ। ਰਾਣੇ ਨੇ ਸਾਰਿਆਂ ਨੂੰ ਸੋਨਾ, ਨਗਦ ਰੁਪਇਆਂ ਤੇ ਰਾਣੀ ਝਾਲੀ ਨੇ ਰਾਣਾ ਸਾਹਿਬ ਨੂੰ ਪ੍ਰੇਰ ਕੇ ਰਵਿਦਾਸ ਜੀ ਦਾ ਸ਼ਰਧਾਲੂ ਬਣਾ ਦਿੱਤਾ। ਦੋਹਾਂ ਜੀਆਂ ਨੇ ਫੈਸਲਾ ਕਰਕੇ ਰਵਿਦਾਸ ਜੀ ਨੂੰ ਚਿਤੌੜ ਸੱਦਿਆ। ਪ੍ਰੇਮ ਤੇ ਭਗਤੀ ਦੇ ਖਿੱਚੇ ਹੋਏ ਰਵਿਦਾਸ ਜੀ ਸੁਨੇਹਾ ਮਿਲਦੇ ਸਾਰ ਚਿਤੌੜ ਨੂੰ ਤੁਰ ਪਏ। ਉਹਨਾਂ ਦੇ ਨਾਲ ਕਈ ਭਗਤ ਵੀ ਤੁਰੇ। ਰਾਹ ਵਿੱਚ ਆਪਣੀ ਮਿਸ਼ਨ ਦਾ ਵਿਚਾਰ ਕਰਦੇ ਹੋਏ ਭਗਤ ਰਵਿਦਾਸ ਜੀ ਚਿਤੌੜ ਪੁੱਜੇ। ਰਾਜ ਮਹੱਲ ਦਾ ਇੱਕ ਹਿੱਸਾ ਉਹਨਾਂ ਰਵਿਦਾਸ ਜੀ ਵਾਸਤੇ ਖਾਲੀ ਕਰ ਦਿੱਤਾ। ਪੂਜਾ ਦੀ ਸਮੱਗਰੀ ਮੰਗਾਈ ਗਈ ਤੇ ਭੰਡਾਰੇ ਖੋਲ ਦਿੱਤੇ। ਗਰੀਬ ਗੁਰਬੇ ਨੂੰ ਅੰਨ ਤੇ ਕੱਪੜਾ ਵੰਡਿਆ ਜਾਣ ਲੱਗਾ। ਭਗਤ ਜੀ ਦੇ ਰਾਜ ਮਹੱਲ ਪੂਜਣ ਤੇ ਰਾਣੀ ਨੇ ਸੰਤਾਂ, ਪੰਡਤਾਂ ਤੇ ਵਿਦਵਾਨਾਂ ਨੂੰ ਸੱਦ ਕੇ ਇੱਕ ਵੱਡਾ ਜੱਗ ਕਰਨਾ ਚਾਹਿਆ। ਰਾਣੀ ਦੀ ਸਲਾਹ ਅਮਲ ਵਿੱਚ ਆ ਗਈ। ਜੱਗ ਦਾ ਪ੍ਰਬੰਧ ਕੀਤਾ ਗਿਆ। ਸ਼ਹਿਰ ਵਿੱਚ ਪੰਡਤ, ਜੋਸ਼ਤੀ ਵਿਦਵਾਨਾਂ ਤੇ ਸ਼ਹਿਰ ਦੇ ਪੰਡਵਤਿਆਂ ਨੂੰ ਜੱਗ ਵਿੱਚ ਬੈਠਣ ਤੇ ਪ੍ਰਸ਼ਾਦ ਛਕਣ ਦਾ ਨਿਉਤਾ ਦਿੱਤਾ ਗਿਆ।
ਰਾਣਾ ਚਤੌੜ ਦਾ ਨਿਉਂਦਾ ਭਲਾ ਸ਼ਾਮਲ ਹੋਣ ਤੋਂ ਨਾ ਕੌਣ ਕਰੇ। ਜੱਗ ਵਾਲੇ ਦਿਨ ਸਭ ਇਕੱਠੇ ਹੋ ਗਏ, ਪੰਗਤਾਂ ਲੱਗ ਗਈਆਂ। ਜਦੋਂ ਪ੍ਰਸ਼ਾਦ ਵਰਤਾਉਣ ਲੱਗੇ ਤਾਂ ਦੋ ਸੰਤਾਂ ਤੇ ਭਗਤਾਂ ਨੇ ਇਹ ਗੱਲ ਦੀ ਵਿਰੋਧਤਾ ਕੀਤੀ ਕਿ ਰਵਿਦਾਸ ਭਗਤ ਵਿੱਚ ਕਿਉਂ ਬੈਠਦਾ ਹੈ, ਇਹ ਚਿਮਿਆਰ ਹੈ, ਅਸੀਂ ਧਰਮ ਭ੍ਰਿਸ਼ਟ ਨਹੀਂ ਕਰਾਂਗੇ। ਸਾਡੇ ਨਾਲ ਬੈਠੇ ਅਸੀਂ ਉੱਚ ਕੁੱਲ ਦੇ ਹਾਂ। ਉਹਨਾਂ ਦੇ ਮਨ ਦਾ ਭਰਮ ਸੀ। ਸੰਤਾਂ ਦੇ ਇਹ ਕੌੜੇ ਵਚਨ ਰਵਿਦਾਸ ਜੀ ਨੇ ਵੀ ਸੁਣ ਲਏ। ਉਹ ਪਰ ਕ੍ਰੋਧਵਾਨ ਨਹੀਂ ਹੋਏ, ਬੈਠੇ ਮੁਸਕਰਾਉਂਦੇ ਰਹੇ। ਭਗਤੀ ਦੇ ਨਾਲ ਰਵਿਦਾਸ ਜੀ ਲੋਕਾਂ ਦਾ ਸੁਧਾਰ ਵੀ ਕਰਦੇ ਸਨ। ਉਹਨਾਂ ਨੇ ਰਾਣੀ ਨੂੰ ਕੋਲ ਸੱਦ ਕੇ ਕਿਹਾ, ਇਹ ਰਾਣੀ, ਇਹ ਉੱਚ ਬ੍ਰਾਹਮਣ ਹਨ, ਇਹਨਾਂ ਨੂੰ ਭੋਜਨ ਕਰਾਓ। ਅਸਾਂ ਦੀ ਕੋਈ ਗੱਲ ਨਹੀਂ, ਅਸੀਂ ਪਿੱਛੋਂ ਪ੍ਰਸ਼ਾਦ ਛਕ ਲਵਾਂਗੇ। ਐਸਾ ਬਚਨ ਸੁਣਦੀ ਹੋਈ ਰਾਣੀ ਝਾਲੀ ਬਾਈ ਵਿਆਕੁਲ ਹੋ ਉੱਠੀ। ਉਸ ਦੇ ਮਨ ਵਿੱਚ ਆਇਆ ਕਿ ਉਹ ਸਾਰਿਆਂ ਨੂੰ ਕੰਨੋਂ ਫੜ ਫੜ ਕੇ ਬਾਹਰ ਕੱਢ ਦੇਵੇ, ਪਰ ਭਗਤ ਰਵਿਦਾਸ ਜੀ ਨੇ ਸਮਝਾਇਆ। ਰਾਣਾ ਰਾਣੀ ਮਜੂਸ ਹੋ ਕੇ ਖਲੋ ਗਏ। ਆਖਰ ਰਾਣੇ ਨੇ ਪੰਗਤ ਵਿੱਚ ਜਾ ਕੇ ਪੰਡਤਾਂ ਨੂੰ ਆਖਿਆ, ਭੋਜਨ ਖਾਓ, ਤੁਸਾਂ ਦੀ ਗੱਲ ਮੰਨ ਲਈ। ਗੁਰਦੇਵ ਤੁਸਾਂ ਨਾਲ ਨਹੀਂ ਬੈਠਦੇ। ਪੁਰਖ ਜਾਤ ਦੇ ਅਭਿਮਾਨੀ ਪੰਡਤ ਲੱਗੇ ਭੋਜਨ ਕਰਨ। ਉਹ ਹੱਸਦੇ ਸਨ ਕਿ ਉਹਨਾਂ ਦੀ ਗੱਲ ਮੰਨੀ ਗਈ, ਪਰ ਉਹ ਐਸੇ ਮੂਰਖ ਸਨ ਜੈਸੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਜਿਹੜੇ ਆਪਣੀ ਖੇ ਉਡਾ ਕੇ ਆਪਣੇ ਸਿਰ ਪਾਉਂਦੇ ਹਨ। ਮੂਰਖ ਆਖ ਤਾਂ ਬੈਠੇ, ਪਰ ਜਦੋਂ ਭਗਵਾਨ ਦਾ ਕੌਤਕ ਤੱਕਿਆ ਤਾਂ ਡਰ ਗਏ। ਕਈ ਸਮਝਦੇ ਸਨ। ਉਹਨਾਂ ਨੇ ਰੌਲਾ ਪਾ ਦਿੱਤਾ ਕਿ ਅਸਾਂ ਨਾਲ ਰਵਿਦਾਸ ਬੈਠੇ ਹਨ। ਵਰਤਾਵਿਆਂ ਨੇ ਹੱਸ ਕੇ ਆਖਿਆ, ਮਹਾਤਮਾ ਜੀ ਪ੍ਰਸ਼ਾਦ ਛਕੋ, ਭਰਮ ਛੱਡੋ, ਡਰ ਤੇ ਵਹਿਮ ਦਾ ਕੋਈ ਇਲਾਜ ਨਹੀਂ। ਪਰ ਉਹ ਡਰ ਗਏ। ਵੱਡੇ ਛੋਟੇ ਸਾਰੇ ਪੰਡਤ ਬੋਲ ਪਏ ਤੇ ਸਿਆਣਿਆਂ ਨੇ ਭਗਤੀ ਲੀਲਾ ਸਮਝੀ ਕਿ ਉਹਨਾਂ ਦਾ ਜ਼ਾਤ ਅਭਿਮਾਨ ਭਗਵਾਨ ਨੂੰ ਨਹੀਂ ਚੰਗਾ ਲੱਗਦਾ। ਇਹ ਕੌਤਕ ਭਗਵਾਨ ਦਾ ਹੈ। ਪੰਡਤ ਹਾਰ ਗਏ। ਉਹਨਾਂ ਨੇ ਰਾਣਾ ਜੀ ਅੱਗੇ ਬੇਨਤੀ ਕਰ ਦਿੱਤੀ, ਮਹਾਰਾਜ ਸੱਦੋ ਭਗਤ ਜੀ ਨੂੰ, ਆਪ ਪੰਗਤ ਵਿੱਚ ਬੈਠਣ ਤਾਂ ਹੀ ਭੋਜਨ ਹੋਵੇਗਾ। ਅਸੀਂ ਹਾਰੇ, ਭਗਵਾਨ